Good morning to all of you. I hope you are fit and fine. Stay home and stay safe. Today we will start second chapter in the part of civics, diversity and discrimination. Diversity that means vipinta, discrimination means bhedbhav. First of all, we discuss differences and prejudice. There are many things that make us what we are, how we live, the languages we speak, what we eat, wear, the games we play, the things we celebrate. All of these are influenced both the geographical, the history of the place where we live. ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ ਜੋ ਸਾਨੂੰ ਬਣਾਉਂਦੀਆਂ ਹਨ ਕਿ ਅਸੀਂ ਕੀ ਹਾਂ, ਜਿਵੇਂ ਕਿ ਅਸੀਂ ਕਿਵੇਂ ਰਹਿੰਦੇ ਹਾਂ, ਅਸੀਂ ਕਿਹੜੀ ਭਾਸ਼ਾ ਬੋਲਦੇ ਹਾਂ, ਅਸੀਂ ਕੀ ਖਾਂਦੇ ਹਾਂ, ਅਸੀਂ ਕਿਸ ਤਰ੍ਹਾਂ ਦੀ ਗੇਮਸ ਪਲੇ ਕਰਦੇ ਹਾਂ, ਕਿਹੜੇ ਫੈਸਟੀਵਲ ਸੈਲੀਬ੍ਰੇਟ ਕਰਦੇ ਹਾਂ। ਇਹ ਸਾਰੀਆਂ ਚੀਜ਼ਾਂ ਸਾਡੇ ਪਾਸਟ ਅਤੇ ਜੋਗ੍ਰਾਫੀਕਲ ਏਰੀਆਜ਼ ਤੋਂ ਪ੍ਰਭਾਵਿਤ ਹੁੰਦੀਆਂ ਹਨ ਕਿ ਅਸੀਂ ਕਿਸ ਤਰ੍ਹਾਂ ਦੇ ਏਰੀਆਜ਼ ਵਿੱਚ ਰਹਿੰਦੇ ਹਾਂ। You will get an idea of how diverse India is if you look even briefly at the following statement. There are 8 major religions in the world. Every single one of them is practiced in India. We have more than 1600 languages that are people's mother tongue, and there are more than 100 dances forms in India. ਅਸੀਂ ਜਾਣਦੇ ਹਾਂ ਕਿ ਸਾਡਾ ਦੇਸ਼ ਕਿਵੇਂ ਡਾਈਵਰਸ ਹੈ, ਵਿਭਿੰਨ ਹੈ। ਫੋਰ ਐਗਜ਼ਾਮਪਲ, ਪੂਰੇ ਸੰਸਾਰ ਵਿੱਚ 8 ਮੇਨ ਰਿਲੀਜਨ ਜਾਂ ਧਰਮ ਹਨ। ਉਹਨਾਂ 8 ਧਰਮਾਂ ਨੂੰ ਮੰਨਣ ਵਾਲੇ ਲੋਕ ਇੰਡੀਆ ਦੇ ਵਿੱਚ ਵੀ ਰਹਿੰਦੇ ਹਨ। ਸਾਡੇ ਦੇਸ਼ ਵਿੱਚ 1600 ਤੋਂ ਵੱਧ ਮਾਤ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ 100 ਤੋਂ ਵੀ ਵੱਧ ਡਾਂਸ ਪਰਫੋਰਮ ਕੀਤੇ ਜਾਂਦੇ ਹਨ। Yet this diversity is not always celebrated. This is because we feel safe and secure with pupils who look, talk, dress and think like us. ਫਿਰ ਵੀ ਵਿਭਿੰਨਤਾ ਪਸੰਦ ਨਹੀਂ ਕੀਤੀ ਜਾਂਦੀ ਕਿਉਂਕਿ ਅਸੀਂ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹਾਂ ਉਹਨਾਂ ਲੋਕਾਂ ਨਾਲ ਜੋ ਸਾਡੇ ਵਾਂਗ ਗੱਲਬਾਤ ਨਹੀਂ ਕਰਦੇ, ਸਾਡੇ ਵਾਂਗ ਕੱਪੜੇ ਨਹੀਂ ਪਹਿਨਦੇ ਅਤੇ ਸਾਡੇ ਵਾਂਗ ਸੋਚਦੇ ਨਹੀਂ ਹਨ। ਅਸੀਂ ਉਹਨਾਂ ਲੋਕਾਂ ਨਾਲ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰਦੇ ਹਾਂ। Sometimes when we meet people who are different from us, we may find them strange and unfamiliar. At times, we may not understand or know the reason why they were different from us. People also form certain attitudes and opinions about others who are not like them. ਕਦੀ ਅਸੀਂ ਅਲੱਗ-ਅਲੱਗ ਲੋਕਾਂ ਨੂੰ ਮਿਲਦੇ ਹਾਂ ਜੋ ਅਲੱਗ-ਅਲੱਗ ਭਾਗਾਂ ਨੂੰ ਬਿਲੋਂਗ ਕਰਦੇ ਹਨ। ਉਹ ਲੋਕ ਸਾਨੂੰ ਅਜੀਬ ਲੱਗਦੇ ਹਨ। ਸਾਨੂੰ ਇਹ ਪਤਾ ਨਹੀਂ ਲੱਗਦਾ ਕਿ ਉਹ ਸਾਡੇ ਤੋਂ ਅਲੱਗ ਕਿਉਂ ਹਨ। ਲੋਕਾਂ ਦੇ ਐਟੀਟਿਊਡ ਮੀਨਸ ਵਰਤਾਵ, ਉਹਨਾਂ ਦੀ ਓਪੀਨੀਅਨ ਸਾਡੇ ਤੋਂ ਅਲੱਗ ਕਿਉਂ ਹਨ। ਉਹਨਾਂ ਦੇ ਓਪੀਨੀਅਨਸ ਅਤੇ ਐਟੀਟਿਊਡ ਅਲੱਗ-ਅਲੱਗ ਹੁੰਦੇ ਹਨ। ਲੁੱਕ ਦਾ ਡਿਫਰੈਂਸ ਇਨ ਰੂਰਲ ਐਂਡ ਅਰਬਨ ਪੀਪਲਸ ਡਿਫਰੈਂਸਿਸ। ਹੁਣ ਅਸੀਂ ਪੇਂਡੂ ਅਤੇ ਸ਼ਹਿਰੀ ਲੋਕਾਂ ਦਾ ਕੰਪੈਰੀਜ਼ਨ ਕਰਾਂਗੇ ਕਿ ਉਹ ਇੱਕ ਦੂਜੇ ਬਾਰੇ ਕੀ ਸੋਚਦੇ ਹਨ। ਸਮ ਆਫ ਦੀ ਸਟੇਟਮੈਂਟ ਸੀ ਵਿਲੇਜਰਸ ਆਰ ignorant and superstitious, and see people in cities are money-minded, lazy and cunning. When our opinion about certain peoples are always negative, seeing them as lazy, cunning as some of these statements, then these becomes prejudice that we carry about them. ਹੁਣ ਅਸੀਂ ਪੇਂਡੂ ਅਤੇ ਸ਼ਹਿਰੀ ਲੋਕਾਂ ਦਾ ਕੰਪੈਰੀਜ਼ਨ ਕਰਾਂਗੇ ਕਿ ਉਹ ਇੱਕ ਦੂਜੇ ਤੋਂ ਅਲੱਗ ਕੀ ਹਨ
ਜਾਂ ਲੋਕ ਉਹਨਾਂ ਬਾਰੇ ਜਾਂ ਅਸੀਂ ਉਹਨਾਂ ਬਾਰੇ ਕੀ ਸੋਚਦੇ ਹਾਂ। ਜਿਵੇਂ ਕਿ ਪੇਂਡੂ ਲੋਕ, ਇਸ ਚੈਪਟਰ ਦੇ ਅਕੋਰਡਿੰਗ ਕਿਹਾ ਗਿਆ ਹੈ ਕਿ ਪੇਂਡੂ ਲੋਕ ਅੰਧ ਵਿਸ਼ਵਾਸੀ ਹੁੰਦੇ ਹਨ ਅਤੇ ਸ਼ਹਿਰੀ ਲੋਕ ਮਨੀ ਮਾਈਂਡਡ ਹੁੰਦੇ ਹਨ ਅਤੇ ਸੁਸਤ ਹੁੰਦੇ ਹਨ। ਇਸ ਤਰ੍ਹਾਂ ਅਸੀਂ ਉਹਨਾਂ ਬਾਰੇ ਨੈਗੇਟਿਵ ਫੀਲਿੰਗ ਜਾਂ ਨੈਗੇਟਿਵ ਐਟੀਟਿਊਡ ਬਣਾ ਲੈਂਦੇ ਹਾਂ। Prejudice. Prejudice means to judge other people negatively or see them as inferior. When we think that only one particular way is the best and right way to do things, we often end up not respecting others who may prefer to do things differently. For examples, if we think English is the best language and other languages are not important, we are judging these other languages negatively. As a result, we might not respect people who speak languages other than English. ਅਰਥ ਹੈ, ਜਦੋਂ ਅਸੀਂ ਦੂਜੇ ਲੋਕਾਂ ਨੂੰ ਨਕਾਰਾਤਮਕ ਤਰੀਕੇ ਨਾਲ ਜੱਜ ਕਰਦੇ ਹਾਂ, ਉਹਨਾਂ ਨੂੰ ਘਟੀਆ ਮੰਨਦੇ ਹਾਂ। ਜਦੋਂ ਅਸੀਂ ਇਹ ਸੋਚਦੇ ਹਾਂ ਕਿ ਕਿਸੇ ਕੰਮ ਨੂੰ ਕਰਨ ਦਾ ਤਰੀਕਾ ਉਹੀ ਹੀ ਸਹੀ ਹੈ ਜਿਸ ਤਰੀਕੇ ਨਾਲ ਅਸੀਂ ਆਪਣਾ ਕੰਮ ਕਰਦੇ ਹਾਂ, ਅਤੇ ਦੂਜਾ ਜੋ ਕੰਮ ਕਰ ਰਿਹਾ ਹੈ ਆਪਣੇ ਤਰੀਕੇ ਨਾਲ ਉਹ ਗਲਤ ਹੈ। ਸਾਨੂੰ ਇਹ ਮੰਨਣਾ ਚਾਹੀਦਾ ਹੈ ਕਿ ਜਿਸ ਤਰੀਕੇ ਨਾਲ ਦੂਸਰਾ ਇਨਸਾਨ ਕੰਮ ਕਰ ਰਿਹਾ ਹੈ ਉਹ ਵੀ ਸਹੀ ਹੋ ਸਕਦਾ ਹੈ। ਫੋਰ ਐਗਜ਼ਾਮਪਲਸ, ਜੇਕਰ ਅਸੀਂ ਸੋਚਦੇ ਹਾਂ ਕਿ ਇੰਗਲਿਸ਼ ਸਭ ਤੋਂ ਵਧੀਆ ਭਾਸ਼ਾ ਹੈ, ਦੂਜੀਆਂ ਭਾਸ਼ਾਵਾਂ ਨਹੀਂ ਹਨ, ਕਿਉਂਕਿ ਸਾਨੂੰ ਇੰਗਲਿਸ਼ ਚੰਗੀ ਲੱਗਦੀ ਹੈ, ਇਸ ਤਰ੍ਹਾਂ ਅਸੀਂ ਇੰਗਲਿਸ਼ ਨੂੰ ਪੋਜ਼ੀਟਿਵ ਅਤੇ ਦੂਸਰੀਆਂ ਭਾਸ਼ਾਵਾਂ ਨੂੰ ਨੈਗੇਟਿਵ ਨਜ਼ਰੀਏ ਨਾਲ ਦੇਖਦੇ ਹਾਂ। We can be prejudiced about many things: people, religious belief, the colors of the skin, the religion, the clothes they wear, etc. Often our prejudice about others are so strong that we don't want to form friendship with them. At times we may even act in ways that hurt them. ਅਕਸਰ ਲੋਕ ਕਈ ਤਰੀਕਿਆਂ ਨਾਲ ਪ੍ਰੀਜੁਡਾਈਜ਼ ਹੋ ਸਕਦੇ ਹਨ, ਜਿਵੇਂ ਕਿ ਅਸੀਂ ਸੋਚਦੇ ਹਾਂ ਕਿ ਸਾਡਾ ਧਰਮ ਚੰਗਾ ਹੈ, ਦੂਜਿਆਂ ਦਾ ਨਹੀਂ, ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ। ਰੰਗ ਦੇ ਆਧਾਰ 'ਤੇ, ਧਰਮ ਦੇ ਆਧਾਰ 'ਤੇ, ਕੱਪੜੇ ਜੋ ਅਸੀਂ ਪਹਿਨਦੇ ਹਾਂ ਉਸ ਦੇ ਆਧਾਰ 'ਤੇ ਵੀ ਪ੍ਰੀਜੁਡਾਈਜ਼ ਹੋ ਸਕਦੇ ਹਾਂ। ਕਈ ਵਾਰ ਸਾਡੇ ਪ੍ਰੀਜੁਡਾਈਸਿਸ ਥਿੰਕਿੰਗ ਬਹੁਤ ਸਟਰੋਂਗ ਹੋ ਜਾਂਦੀ ਹੈ, ਅਸੀਂ ਉਹਨਾਂ ਲੋਕਾਂ ਨਾਲ ਫਰੈਂਡਸ਼ਿਪ ਨਹੀਂ ਕਰਨਾ ਚਾਹੁੰਦੇ ਹਾਂ ਅਤੇ ਕਈ ਵਾਰ ਉਹਨਾਂ ਨੂੰ ਆਪਣੀ ਗਤੀਵਿਧੀਆਂ ਜਾਂ ਕੰਮ ਦੇ ਦੁਆਰਾ ਵੀ ਹਰਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। Next point is creating stereotypes. All of us are familiar with gender differences. What does it mean to be a boy or a girl? Many of you would say we are born as boys and girls. It is a given. What is there to think about? Let us see in the case. ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਜੈਂਡਰ ਡਿਫਰੈਂਸਿਸ ਕੀ ਹੁੰਦੀਆਂ ਹਨ। ਇੱਕ ਲੜਕੀ ਹੁੰਦੀ ਹੈ, ਇੱਕ ਲੜਕਾ ਹੁੰਦਾ ਹੈ, ਅਤੇ ਅਲੱਗ-ਅਲੱਗ ਤਰੀਕੇ ਨਾਲ ਉਹਨਾਂ ਨਾਲ ਬਿਹੇਵ ਕੀਤਾ ਜਾਂਦਾ ਹੈ, ਉਹਨਾਂ ਦਾ ਵਿਵਹਾਰ ਵੀ ਅਲੱਗ-ਅਲੱਗ ਹੁੰਦਾ ਹੈ। If we take the statement they do not cry, you will see that this is a quality that is generally associated with boys, the men and men. As babies or children, when boys fall and hurt themselves, their parents and other family members often console them by saying, "Don't cry, you are a boy. Boys are brave, they don't cry." As our children grow up, they start believing that boys do not cry, so that even if a boy feels like crying, he stops themselves from doing so. He also believed that crying is a sign of weakness. So even though both boys and a girl sometimes want to cry, especially if they were angry or in pain. As they grow older, boys learn or teach themselves not to cry. If a grown boy cries, then he feels that others will either tease him or laugh at them.
so he stopped themselves from doing so in front of others। ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਉਹ ਰੋਂਦੇ ਨਹੀਂ ਹਨ, ਇਹ ਕੁਆਲਿਟੀ ਬੋਆਇਜ਼ ਜਾਂ ਮੈਨ ਨੂੰ ਪ੍ਰਤੀਨਿਧ ਕਰਦੀ ਹੈ। ਜਦੋਂ ਅਸੀਂ ਛੋਟੇ ਹੁੰਦੇ ਹਾਂ, ਡਿੱਗ ਜਾਂਦੇ ਹਾਂ, ਸੱਟ ਲੱਗ ਜਾਂਦੀ ਹੈ ਤਾਂ ਰੋਂਦੇ ਹਾਂ। ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ ਜਾਂ ਜਦੋਂ ਕੋਈ ਵੱਡਾ ਹੋ ਜਾਂਦਾ ਹੈ, ਡਿੱਗ ਜਾਂਦਾ ਹੈ, ਤਾਂ ਉਸ ਦੇ ਫੈਮਿਲੀ ਮੈਂਬਰਸ ਉਸ ਨੂੰ ਕਹਿੰਦੇ ਹਨ ਕਿ ਰੋਵੋ ਨਾ, ਕਿਉਂਕਿ ਰੋਣਾ ਜੋ ਕੀ ਹੈ ਵੀਕਨੈਸ ਦੀ ਸਾਈਨ ਮੰਨਿਆ ਜਾਂਦਾ ਹੈ ਅਤੇ ਬੋਆਇਜ਼ ਕੀ ਆ, ਰੋਂਦੇ ਨਹੀਂ ਹਨ। ਇਸ ਤਰ੍ਹਾਂ ਜਦੋਂ ਬੋਆਇਜ਼ ਹੌਲੀ ਹੌਲੀ ਵੱਡੇ ਹੋ ਜਾਂਦੇ ਹਨ ਤਾਂ ਉਹਨਾਂ ਦੇ ਦਿਮਾਗ ਵਿੱਚ ਇਹ ਗੱਲ ਬੈਠ ਜਾਂਦੀ ਹੈ ਕਿ ਕੀ ਆ, ਬੋਆਇਜ਼ ਰੋਂਦੇ ਨਹੀਂ ਹਨ। ਜਦੋਂ ਕੋਈ ਬੋਆਇਜ਼ ਰੋਂਦਾ ਹੈ ਤਾਂ ਸਾਰੇ ਉਸ ਦਾ ਮਜ਼ਾਕ ਉਡਾਉਂਦੇ ਹਨ ਅਤੇ ਉਸ ਨੂੰ ਰੋਣ ਤੋਂ ਰੋਕ ਦਿੰਦੇ ਹਨ, ਕਿਉਂਕਿ ਰੋਣਾ ਕਾਇਰਤਾ ਦਾ ਸਾਈਨ ਮੰਨਿਆ ਜਾਂਦਾ ਹੈ। ਪਰ ਸਾਨੂੰ ਸਾਰਿਆਂ ਨੂੰ ਰੋਣਾ ਆਉਂਦਾ ਹੈ, ਭਾਵੇਂ ਕਿ ਉਹ ਲੜਕੀ ਹੈ ਜਾਂ ਲੜਕਾ। ਜਦੋਂ ਸਾਨੂੰ ਸੱਟ ਲੱਗ ਜਾਂਦੀ ਹੈ, ਸਾਨੂੰ ਦਰਦ ਹੁੰਦਾ ਹੈ ਤਾਂ ਸਾਨੂੰ ਰੋਣਾ ਆਉਂਦਾ ਹੈ। ਬਟ ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ, ਸਪੈਸ਼ਲੀ ਬੋਆਇਜ਼, ਤਾਂ ਸਾਨੂੰ ਇਹ ਸਿਖਾਇਆ ਜਾਂਦਾ ਹੈ ਕਿ ਬੋਆਇਜ਼ ਰੋਂਦੇ ਨਹੀਂ ਹਨ। ਜੇਕਰ ਕੋਈ ਬੋਆਇਜ਼ ਰੋਂਦਾ ਹੈ ਤਾਂ ਉਸਨੂੰ ਸਾਰੇ ਚਿੜਾਉਂਦੇ ਹਨ। ਇਹ ਹਾਲਤ ਵਿੱਚ ਉਹ ਸਾਰੇ ਉਸ ਦਾ ਮਜ਼ਾਕ ਉਡਾਉਂਦੇ ਹਨ। ਇਸ ਤਰ੍ਹਾਂ ਸਾਨੂੰ ਬੋਆਇਜ਼ ਨੂੰ ਰੋਣਾ ਤੋਂ ਰੋਕ ਦਿੰਦੇ ਹਨ। ਇਹ ਕਹਿ ਦਿੱਤਾ ਜਾਂਦਾ ਹੈ, ਨਾਲੇ ਇੱਕ ਹੋਰ ਸਟੀਰੀਓਟਾਈਪਸ ਇਹ ਵੀ ਹੈ ਕਿ ਲੜਕੀਆਂ ਨੂੰ ਇਹ ਕਿਹਾ ਜਾਂਦਾ ਹੈ ਕਿ ਤੇਜ਼ ਆਵਾਜ਼ ਵਿੱਚ ਗੱਲ ਨਹੀਂ ਕਰਨੀ ਚਾਹੀਦੀ, ਲੜਕੀਆਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ। ਇਹ ਸਾਰੇ ਸਟੀਰੀਓਟਾਈਪਸ ਜਾਂ ਪ੍ਰੇਜੁਡਾਈਸ ਹੀ ਹੁੰਦੇ ਹਨ। ਲੜਕੀਆਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਸੌਫਟ ਅਤੇ ਜੈਂਟਲ ਹੁੰਦੀਆਂ ਹਨ, ਵੈਲ ਬਿਹੇਵਡ ਹੁੰਦੀਆਂ ਹਨ। ਇਹ ਮੈਥਡ ਬਣਾ ਦਿੱਤਾ ਜਾਂਦਾ ਹੈ ਕਿ ਲੜਕੀਆਂ ਇਸ ਤਰੀਕੇ ਨਾਲ ਕੰਮ ਕਰਦੇ ਹਨ, ਲੜਕੇ ਇਸ ਤਰੀਕੇ ਨਾਲ ਕੰਮ ਕਰਦੇ ਹਨ। ਜੇਕਰ ਕੋਈ ਕਿਸੇ ਅਲੱਗ ਤਰੀਕੇ ਨਾਲ ਕੰਮ ਕਰਦਾ ਹੈ ਤਾਂ ਉਸਨੂੰ ਬਦਤਮੀਜ਼ ਅਤੇ ਵਿਗੜਿਆ ਹੋਇਆ ਮੰਨਿਆ ਜਾਂਦਾ ਹੈ।